सो सारिਆਂ ਨੂੰ ਜੈ ਮਸੀਹ ਦੀ ਅੱਜ ਦੇ ਦਿਨ ਦੇ ਲਈ ਧੰਨਵਾਦ। ਸਭ ਨੂੰ ਸਲਾਮ। ਇੱਕ ਵਾਰ ਫਿਰ ਪਰਮੇਸ਼ਰ ਦੀ ਬਾਣੀ ਨੂੰ ਲੈ ਕੇ ਆਏ ਹਾਂ। ਅੱਜ ਨਵਾਂ ਟੌਪਿਕ ਅਸੀਂ ਤੁਹਾਡੇ ਵਿੱਚ ਲੈ ਕੇ ਆਏ ਹਾਂ। ਮਰਨ ਤੋਂ ਬਾਅਦ ਕੀ ਹੋਵੇਗਾ, ਮੌਤ ਤੋਂ ਬਾਅਦ ਕੀ ਹੋਵੇਗਾ। ਹਰ ਇਨਸਾਨ ਸੋਚਦਾ ਵੀ ਮਰਨ ਤੋਂ ਬਾਅਦ ਕੀ ਹੋਵੇਗਾ। ਮੇਰੇ ਭਾਈ ਭੈਣੋ, ਜਿੱਦਾਂ ਜਿਉਂਦੇ ਜੀ ਬਹੁਤ ਕੁਛ ਹੁੰਦਾ ਆ, ਮਰਨ ਤੋਂ ਬਾਅਦ ਵੀ ਬਹੁਤ ਕੁਛ ਹੈ। ਇਸ ਲਈ ਸਾਨੂੰ ਸਮਝਣਾ ਪੈਣਾ ਹੈ, ਪਰਮੇਸ਼ਰ ਦੀ ਬਾਣੀ ਦੇ ਵਿੱਚੋਂ ਸਾਨੂੰ ਜਾਣਨਾ ਪੈਣਾ ਹੈ ਕਿ ਮਰਨ ਤੋਂ ਬਾਅਦ ਕੀ ਹੋਵੇਗਾ। ਇਸ ਲਈ ਬਹੁਤ ਸਾਰੀਆਂ ਲੋਕਾਂ ਦੀਆਂ ਧਾਰਨਾਵਾਂ ਆ ਵੀ ਮਰਨ ਤੋਂ ਬਾਅਦ ਇਨਸਾਨ ਅਲੱਗ-ਅਲੱਗ ਜੂਨਾਂ ਵਿੱਚ ਜਾਂਦਾ ਆ। ਇਨਸਾਨ ਪਸ਼ੂਆਂ ਦੀ ਜੂਨ ਵਿੱਚ ਜਾ ਸਕਦਾ, ਪੰਛੀਆਂ ਦੀ ਜੂਨ ਵਿੱਚ ਜਾ ਸਕਦਾ, ਕੁਛ ਵੀ ਬਣ ਸਕਦਾ। ਪਰ ਬਾਈਬਲ ਇਸ ਗੱਲ ਨੂੰ ਕੱਟ ਕਰਦੀ ਹੈ। ਬਾਈਬਲ ਇਸ ਗੱਲ ਨੂੰ ਬਿਲਕੁਲ ਰੋਂਗ ਔਰ ਗਲਤ ਦੱਸਦੀ ਹੈ, ਕਿਉਂਕਿ ਮਰਨ ਤੋਂ ਬਾਅਦ ਇਨਸਾਨ ਕੋਈ ਜਾਨਵਰ ਨਹੀਂ ਬਣਦਾ, ਮਰਨ ਤੋਂ ਬਾਅਦ ਕਿਸੇ ਜੂਨ ਵਿੱਚ ਨਹੀਂ ਜਾਂਦਾ। ਬਹੁਤ ਸਾਰੇ ਇਹ ਵੀ ਕਹਿੰਦੇ ਆ ਅਗਲਾ ਜਨਮ। ਕਈ ਅਕਸਰ ਹੀ ਸਟੋਰੀਆਂ ਵਿੱਚ ਤੁਸੀਂ ਜਾਣਦੇ ਆ, ਬਹੁਤ ਸਾਰੇ ਲੋਕ ਇੱਕ ਦੂਜੇ ਨੂੰ ਜਿਹੜੇ ਪਿਆਰ ਕਰਦੇ ਆ ਜਾਂ ਇੱਕ ਦੂਜੇ ਦੇ ਸਾਥ ਨਿਭਾਉਣ ਦੀ ਗੱਲ ਕਰਦੇ, ਕਈ ਵਾਰ ਕਹਿੰਦੇ ਮੈਂ 7 ਜਨਮਾਂ ਤੱਕ ਤੇਰਾ ਸਾਥ ਦੇਵਾਂਗਾ। ਪਰ ਬਾਈਬਲ ਇਸ ਗੱਲ ਦੇ ਵੀ ਖਿਲਾਫ ਹੈ। ਮਰਨ ਤੋਂ ਬਾਅਦ ਕੋਈ ਜਨਮ ਨਹੀਂ ਹੈਗਾ। ਇੱਕ ਵਾਰ ਹੀ ਪਰਮੇਸ਼ਰ ਨੇ ਸਾਨੂੰ ਧਰਤੀ 'ਤੇ ਭੇਜਿਆ, ਇੱਕ ਹੀ ਮੌਕਾ ਦਿੱਤਾ ਆ ਵੀ ਉਸ ਤੋਂ ਬਾਅਦ ਕੀ ਹੋਣਾ ਇਹ ਸਮਝਣਾ। ਨਾ ਕੋਈ ਦੂਜਾ ਜਨਮ ਹੈ, ਨਾ ਕੋਈ ਜੂਨ ਹੈ। ਮਰਨ ਤੋਂ ਬਾਅਦ ਨਾ ਅਸੀਂ ਕਿਸੇ ਜੂਨ ਵਿੱਚ ਜਾਣਾ, ਨਾ ਦੂਸਰੇ ਜਨਮ ਵਿੱਚ ਜਾਣਾ। ਇਸ ਤਰ੍ਹਾਂ ਨਹੀਂ ਹੈ ਵੀ ਮੇਰੀ ਮੌਤ ਇਸ ਜਗ੍ਹਾ 'ਤੇ ਹੋ ਜਾਂਦੀ ਹੈ ਅਤੇ ਮੈਂ ਕਿਸੇ ਦੂਸਰੇ ਕੰਟਰੀ ਵਿੱਚ ਜਾ ਕੇ ਪੈਦਾ ਹੋ ਜਾਂਦਾ, ਜਾਂ ਦੂਜੇ ਪਿੰਡ ਵਿੱਚ ਜਾ ਕੇ ਪੈਦਾ ਹੋ ਜਾਂਦਾ, ਜਾਂ ਮੇਰਾ ਜਨਮ ਕਿਤੇ ਹੋਰ ਹੋ ਜਾਂਦਾ। ਇਸ ਤਰ੍ਹਾਂ ਨਹੀਂ ਹੈ। ਬਾਈਬਲ ਦੱਸਦੀ ਹੈ ਵੀ ਮਰਨ ਤੋਂ ਬਾਅਦ ਕੀ ਹੋਵੇਗਾ। ਅੱਜ ਸਾਨੂੰ ਸਭ ਨੂੰ ਇਹ ਵਿਚਾਰਨਾ ਪੈਣਾ ਔਰ ਜਾਣਨਾ ਪੈਣਾ। ਅਸੀਂ 10 ਮਿੰਟ ਦੇ ਵਿੱਚ, 10-12 ਮਿੰਟਾਂ ਦੇ ਵਿੱਚ ਹੀ ਇਹਨਾਂ ਗੱਲਾਂ ਨੂੰ ਸਿੱਖਾਂਗੇ। ਮੇਰੇ ਨਾਲ ਪਵਿੱਤਰ ਬਾਈਬਲ ਦੇ ਵਿੱਚੋਂ ਚਲੀਏ। ਇਬਰਾਨੀਆਂ ਦੀ ਪੁਸਤਕ, ਪਵਿੱਤਰ ਬਾਈਬਲ ਦੇ ਵਿੱਚੋਂ ਅਸੀਂ ਪੜ੍ਹਾਂਗੇ ਇਬਰਾਨੀਆਂ ਦੀ ਪੁਸਤਕ, ਉਸ ਦਾ 9 ਅਧਿਆਏ, ਉਸ ਦੇ 17 ਵਚਨ ਨੂੰ ਪੜ੍ਹਦੇ ਹਾਂ। ਬਾਈਬਲ ਦੇ ਵਿੱਚੋਂ ਪੜ੍ਹੀਏ 9 ਅਧਿਆਏ, ਉਸ ਦਾ 17 ਵਚਨ। ਜਿਵੇਂ ਮਨੁੱਖਾਂ ਨੇ ਇੱਕ ਵਾਰ ਮਰਨਾ ਠਹਿਰਾਇਆ ਹੋਇਆ ਹੈ ਅਤੇ ਇਹਦੇ ਪਿੱਛੋਂ ਨਿਆਂ ਹੁੰਦਾ ਹੈ। ਬਾਈਬਲ 'ਚ ਲਿਖਿਆ ਜਿਸ ਤਰ੍ਹਾਂ ਕਿ ਮਨੁੱਖਾਂ ਲਈ ਇੱਕ ਵਾਰ ਮਰਨਾ ਠਹਿਰਾਇਆ ਹੈ, ਜਿਹੜੀ ਮੌਤ ਹੈ ਇੱਕ ਵਾਰ ਠਹਿਰਾਈ ਹੋਈ ਹੈ। ਇੱਕ ਵਾਰ ਸਭ ਨੂੰ ਮਰਨਾ ਪੈਣਾ ਆ। ਹਰ ਬੰਦੇ ਦੇ ਉੱਤੇ ਮੌਤ ਆਉਣੀ ਹੈ। ਪਰ ਮਰਨ ਪਿੱਛੋਂ ਬਾਈਬਲ 'ਚ ਇਸ ਤਰ੍ਹਾਂ ਨਹੀਂ ਲਿਖਿਆ ਕਿਸੇ ਜੂਨ ਵਿੱਚ ਅਸੀਂ ਜਾਣਾ ਆ ਜਾਂ ਕੋਈ ਦੂਜਾ ਜਨਮ ਲੈਣਾ ਆ। ਇਸ ਤਰ੍ਹਾਂ ਨਹੀਂ ਹੈ। ਅਕਸਰ ਹੀ ਬਹੁਤ ਸਾਰੇ ਲੋਕ ਜਨਮਾਂ ਨੂੰ ਮੰਨਦੇ ਆ ਵੀ ਬੰਦਾ 7 ਜਨਮ ਲੈਂਦਾ, ਬੰਦਾ ਇੰਨੇ ਜਨਮ ਲੈਂਦਾ। ਇਸ ਤਰ੍ਹਾਂ ਨਹੀਂ ਹੈਗਾ। ਬੰਦੇ ਨੂੰ ਇੱਕ ਵਾਰ ਪਰਮੇਸ਼ਵਰ ਨੇ ਧਰਤੀ 'ਤੇ ਨਾਮ ਜਪਣ ਲਈ ਭੇਜਿਆ। ਇੱਕ ਵਾਰ ਹੀ ਪਰਮੇਸ਼ਵਰ ਨੇ ਬੰਦੇ ਨੂੰ ਸਿਮਰਨ ਕਰਨ ਵਾਸਤੇ ਭੇਜਿਆ। ਇੱਕ ਵਾਰ ਹੀ ਬੰਦੇ ਨੂੰ ਬੰਦਗੀ ਕਰਨ ਵਾਸਤੇ ਭੇਜਿਆ। ਵਾਰ-ਵਾਰ ਨਹੀਂ ਪਰਮੇਸ਼ਵਰ ਨੇ ਭੇਜਿਆ। ਬਾਈਬਲ 'ਚ ਲਿਖਿਆ ਆਦਮ ਨੂੰ ਇਸੇ ਲਈ ਬਣਾਇਆ ਕਿ ਆਦਮ ਉਹਦੀ ਸੰਗਤ ਕਰੇ। ਸਾਨੂੰ ਇਸ ਲਈ ਭੇਜਿਆ ਗਿਆ ਵੀ ਅਸੀਂ ਉਸ ਪਰਮੇਸ਼ਵਰ ਦੀ ਸੰਗਤ ਕਰੀਏ, ਉਸ ਪਰਮੇਸ਼ਵਰ ਦਾ ਅਸੀਂ ਸਿਮਰਨ ਕਰੀਏ, ਉਸ ਪਰਮੇਸ਼ਵਰ ਦੇ ਨਾਮ ਦੀ ਅਸੀਂ ਬੰਦਗੀ ਕਰੀਏ। ਇਸ ਲਈ ਅਸੀਂ ਬਾਈਬਲ ਦੇ ਵਿੱਚੋਂ ਪੜ੍ਹਿਆ ਇੱਕ ਵਾਰੀ ਮਰਨਾ ਆ ਸਭ ਨੇ, ਵਾਰ-ਵਾਰ ਨਹੀਂ ਮਰਨਾ। ਜੇ ਕੋਈ ਕਹਿੰਦਾ ਮੈਂ ਵਾਰ-ਵਾਰ ਮਰਨਾ ਤੇ ਝੂਠਾ ਆ। ਵਾਰ-ਵਾਰ ਮਰਨ ਦਾ ਮਤਲਬ ਵਾਰ-ਵਾਰ ਜਨਮ ਲੈਣਾ ਤੇ ਵਾਰ-ਵਾਰ ਮਰਨਾ, ਇਹ ਗੱਲ ਝੂਠੀ ਹੈ। ਇੱਕ ਵਾਰੀ ਮਰਨਾ ਆ ਤੇ ਮਰਨ ਪਿੱਛੋਂ ਕੀ ਹੋਣਾ, ਨਾ ਕੋਈ ਜੂਨ ਹੈ ਨਾ ਦੂਜਾ ਜਨਮ ਹੈ। ਮਰਨ ਪਿੱਛੋਂ ਲਿਖਿਆ ਨਿਆਂ ਹੁੰਦਾ। ਉਸ ਧਰਮ ਰਾਜ ਦੇ ਮੋਹਰੇ ਜਾ ਕੇ, ਧਰਮ ਰਾਜ ਕੌਣ ਹੈ? ਜਿਹਦਾ ਤਖਤ ਲੱਗਣਾ, ਜਿਹਨੇ ਨਿਆਂ ਕਰਨਾ, ਉਹ ਪ੍ਰਭੂ ਯਿਸੂ ਮਸੀਹ ਹੈ। ਅਕਸਰ ਬੋਲਿਆ ਜਾਂਦਾ ਆ ਵੀ ਮਰਨ ਤੋਂ ਬਾਅਦ ਸਾਨੂੰ ਉਸ ਦੇ ਅੱਗੇ ਖੜੇ ਹੋਣਾ ਪੈਣਾ, ਜਾ ਕੇ ਲੇਖਾ ਦੇਣਾ ਪੈਣਾ। ਕਿਸ ਦੇ ਅੱਗੇ ਜਾਣਾ ਆਪਾਂ ਨੇ? ਬਾਈਬਲ ਦੇ ਵਿੱਚ ਲਿਖਿਆ ਮਰਨ ਤੋਂ ਬਾਅਦ ਇੱਕ ਤਖਤ ਲੱਗਣਾ ਏ, ਇੱਕ ਸਿੰਘਾਸਣ ਲੱਗਣਾ ਏ। ਉਸ ਸਿੰਘਾਸਣ ਦੇ ਮੋਹਰੇ ਸਭ ਨੇ ਖੜੇ ਹੋਣਾ ਏ। ਉਹਦੇ ਉੱਤੇ ਕਿਸ ਨੇ ਬੈਠਣਾ ਏ? ਦੁਨੀਆ ਉਹਨੂੰ ਧਰਮ ਰਾਜ ਕਹਿੰਦੀ ਹੈ।
पर बाइबल उसनूं यीशु मसीह कहती है। बाइबल उन्होंने प्रभु यीशु मसीह आखदी है। वो धर्म राज जिसनूं दुनिया बोलती है, वो धर्म राज प्रभु यीशु मसीह है। इसलिए बाइबल दे विच लिखा न्याय हुंदा, दूजा जन्म नहीं हुंदा। मरण तो बाद बंदा किसी जूने नहीं पैंदा। मरण तो बाद उस परमेश्वर दे अगे जाके सानू लेखा देना पैना। उस परमेश्वर दे अगे जाके सानू अपना न्याय देना पैना। और न्याय दे लई एक समा ठहराया। ये नहीं भी जदों बंदा मरिया उदों ही न्याय हो जाना। न्याय लई एक टाइम आ, एक समा, एक न्याय दा दिन है। जदों न्याय दा दिन आना उदों सब ने खड़े कीते जाना कि अमीर, कि गरीब, कि उच्ची जात दा, कि नीवीं जात दा, कि किसी भी धर्म विच क्यों नहीं आ, हर एक नूं जाके उस दे अगे खड़े होना पैना और उस परमेश्वर दे अगे लेखा देना पैना है। मेरे भाई भैणों, बाइबल कहती है एक बारी मरना सब लई ठहराया। एक बारी मरना सब लई ठहराया, उहदे पिछों न्याय हुंदा। मैं हुण न्याय तो पहलां दीयां गल्लां नहीं करांगा। न्याय तो पहलां बहुत कुछ है। एक जगह तैयार है जिथे मुर्दियां दियां, जिहड़े मुर्दे शरीर है, मुर्दियां दा स्थान है। और बाइबल दे अनुसार एक शांति वाली जगह है। और पर एक न्याय जिहड़ा आ, न्याय हजे नहीं हैगा। न्याय दा एक दिन है, न्याय दा एक समा ही जिहड़ा परमेश्वर ने ठहराया। एक बारी मरना, उहदे पिछों न्याय हुंदा। मौत तो बाद बाइबल कहती न्याय हुंदा। असीं उस न्याय नूं वेखांगे कि परमेश्वर न्याय किदां करदा है। परमेश्वर मरण तो बाद मनुक्खां नूं किवें न्याय करेगा। कि परमेश्वर किसी जात दे नाल न्याय करेगा, किसी मजहब दे नाल न्याय करेगा, किसी धर्म दे नाल न्याय करेगा? नहीं। परमेश्वर किसी दा भी धर्म, मजहब और जात नूं वेख के उन्होंने माफ़ नहीं करेगा। किसी धर्म की, किसी मजहब की गल नहीं होवेगी। उत्थे गल होनी है साडी जिंदगी की। तैनू की करन वास्ते मैं भेजिया सी, तू की करन लग पिया, तैनू किहड़े काम करन लई मैं धरती ते भेजिया सी, और तू धरती ते जाके की करना शुरू कर दिता। बाइबल च आ जाइए, प्रकाश की पोथी पवित्र बाइबल के विचों कढ़ीए। प्रकाश की पोथी 20 अध्याय उसका 11 वचन असीं पढ़ते हैं। उत्थे लिखिया, फिर मैं एक वड्डा अते चिट्टा सिंघासन अते ओनू जिहड़ा उस उत्ते बिराजमान सी वेख्या, जिहदे सामणे धरती अते आकाश नस गए अते उन्हां दे लई कोई थां ना मिलिया। अते मैं मुर्दियां वांगू अते मैं मुर्दियां नूं कि वड्डे कि छोटे सिंघासन दे अगे खलोते वेख्या, अते पोथियां खोलियां गईयां अते हर एक पोथी अते एक होर पोथी जिहड़ी जीवन की पोथी है खोली गई, अते मुर्दियां दा नाम पोथियां विच लिखियां हुईयां गल्लां तो उन्हां दीयां करनियां दे अनुसार कीता गया। अते समुंदर ने वो मुर्दे जिहड़े उहदे विच सन मोड़ दिते, अते काल अते पताल ने वो मुर्दे जिहड़े उस विच सन मोड़ दिते, अते हरेक दा न्याय उहदे करनियां दे अनुसार कीता गया। अते काल अते पताल अग दी झील विच सुट्टे गए। ये दुई मौत है, अर्थात अग दी झील। अते जे कोई जीवन की पोथी विच लिखिया होया ना लभा तां ओह अग दी झील विच सुट्टिया गया। बाइबल कहती है जदों न्याय होना, एक गल याद रखनी, न्याय जिहड़ा सब दा नहीं हैगा। न्याय उन्हां दा आ जिहड़े पाप विच गए है। यीशु मसीह ने आउणा, अपने लोगों नूं नाल लैके जाना। जिहड़े यीशु दे नाल गए, उठाए गए, उन्हां दा न्याय नहीं हैगा। जिहड़े यीशु नाल पहली क़यामत विच उठाए जाते हैं, उन्हां दा न्याय नहीं है। बाइबल च लिखिया, जदों 20:6 पढ़ते हैं, ये पहली क़यामत है। धन हन वो पवित्र जिहड़ा पहली क़यामत विच शामिल है, इन्हां उत्ते दुई मौत का कुछ वास नहीं। जिहड़े यीशु नाल पहली क़यामत विच जे गए आ, जिहड़े पहली बार यीशु दे नाल उठाए जाने, उन्हां दा कोई न्याय नहीं, कोई दुई मौत का उन्हां उत्ते हक नहीं है। और बाइबल कहती है दुई मौत ये ना समझना फिर जमना तो फिर मरना नहीं। दुई मौत का मतलब है जिहड़ी नरक की अग दिती जानी है, लेखे तो बाद जिहड़ी सज़ा सुनाई जानी है, जिहड़ी नरक की अग है, वो दुई मौत है। और बाइबल दसदी है सानू, बाइबल परमेश्वर का कलाम, पवित्र शास्त्र सानू ये समझाउंदा है भी न्याय उन्हां दा आ जिहड़े पहली क़यामत विच उठाए नहीं जाने।
ਜਿਹੜੇ ਯਿਸੂ ਨਾਲ ਨਹੀਂ ਜਾਣਗੇ ਉਹਨਾਂ ਦਾ ਨਿਆਂ ਹੋਵੇਗਾ। ਜੇ ਉਹਨਾਂ ਦੇ ਕੰਮ ਚੰਗੇ ਹੋਣਗੇ, ਜੇ ਉਹਨਾਂ ਦਾ ਜੀਵਨ ਖਰਾ ਨਿਕਲ ਆਏਗਾ ਤੇ ਉਹ ਬਚ ਜਾਣਗੇ। ਜੇ ਪੋਥੀਆਂ ਵਿੱਚ ਉਹਨਾਂ ਦਾ ਨਾਮ ਹੋਵੇਗਾ, ਜੀਵਨ ਦੀ ਪੋਥੀ ਵਿੱਚ ਬਚਾਏ ਜਾਣਗੇ। ਫਿਰ ਜੇ ਨਾ ਹੋਇਆ ਤੇ ਉਹਨਾਂ ਉੱਤੇ ਮੌਤ ਦਾ ਹੁਕਮ ਕੀਤਾ ਜਾਵੇਗਾ। ਬਾਈਬਲ ਦੇ ਵਿੱਚ ਲਿਖਿਆ ਹਰ ਇੱਕ ਦੀ ਇੱਕ ਇੱਕ ਪੋਥੀ ਲੱਗੇਗੀ। ਪੋਥੀ ਮਤਲਬ ਇੱਕ ਫਾਈਲ, ਦੁਨਿਆਵੀ ਢੰਗ ਨਾਲ ਬੋਲੀਏ ਤਾਂ ਜਿੱਦਾਂ ਕੋਰਟ ਵਿੱਚ ਕੇਸ ਲੱਗਦਾ, ਔਰ ਕੋਰਟ ਦੇ ਵਿੱਚ ਜੋ ਕੇਸ ਲੱਗਦਾ ਆ ਤੇ ਉੱਥੇ ਪਰਮੇਸ਼ਰ ਦੀ ਬਾਣੀ ਦੇ ਅਨੁਸਾਰ ਅਸੀਂ ਦੇਖਦੇ ਹਾਂ। ਤੇ ਇੱਕ ਦੁਨਿਆਵੀ ਕੋਰਟ ਦੇ ਵਿੱਚ ਵੀ ਹਰ ਬੰਦੇ ਦੀ ਇੱਕ ਵੱਖਰੀ ਫਾਈਲ ਬਣਦੀ, ਉਹਦਾ ਰਿਕਾਰਡ ਬਣਦਾ ਉਹਦੇ ਕੰਮਾਂ ਦਾ। ਇਸੇ ਤਰ੍ਹਾਂ ਸਵਰਗ ਦੇ ਵਿੱਚ ਵੀ ਜਿੱਥੇ ਸਾਡਾ ਨਿਆਂ ਹੋਣਾ ਆ, ਇੱਕ ਸਾਡੀ ਫਾਈਲ ਬਣੀ ਹੈ, ਇੱਕ ਸਾਡਾ ਵੱਖਰਾ ਰਿਕਾਰਡ ਬਣਿਆ ਆ, ਇੱਕ ਵੱਖਰੀ ਪੋਥੀ ਸਾਡੇ ਨਾਮ ਦੀ ਬਣੀ ਹੈ। ਮੇਰਾ ਨਾਮ ਅਮਰਜੀਤ ਹੈ, ਮੇਰੇ ਨਾਮ ਦੀ ਵੱਖਰੀ ਪੋਥੀ ਹੈ। ਦੂਏ ਮਨੁੱਖ ਦਾ ਕੋਈ ਦੂਸਰਾ ਨਾਮ ਹੈ, ਉਹਦੀ ਦੂਸਰੀ ਪੋਥੀ ਹੈ। ਇਸੇ ਤਰ੍ਹਾਂ ਹਰ ਬੰਦੇ ਦੀ ਵੱਖਰੇ ਵੱਖਰੇ ਨਾਮ ਦੀ ਇੱਕ ਪੋਥੀ ਲਾਈ ਗਈ ਹੈ। ਔਰ ਬਾਈਬਲ ਦੇ ਅਨੁਸਾਰ ਉਹਨਾਂ ਪੋਥੀਆਂ ਵਿੱਚ ਰਿਕਾਰਡ ਬਣਾਇਆ ਗਿਆ। ਅਸੀਂ ਧਰਤੀ 'ਤੇ ਕੀ ਕੀਤਾ, ਕੀ ਬੀਜਿਆ, ਕੀ ਵੱਢਿਆ, ਅਸੀਂ ਧਰਤੀ ਦੇ ਉੱਤੇ ਕਿੱਦਾਂ ਦੇ ਕੰਮ ਕੀਤੇ, ਅਸੀਂ ਧਰਤੀ 'ਤੇ ਕਿੰਨਾ ਝੂਠ ਬੋਲਿਆ, ਕਿੰਨਾ ਸੱਚ ਬੋਲਿਆ, ਅਸੀਂ ਧਰਤੀ ਦੇ ਉੱਤੇ ਕਿੰਨੀ ਬਾਈਬਲ ਪੜ੍ਹੀ ਹੈ, ਜਾਂ ਧਰਤੀ 'ਤੇ ਕਿੰਨੀ ਹਰਾਮਕਾਰੀ ਕੀਤੀ ਹੈ, ਜਾਂ ਧਰਤੀ ਦੇ ਉੱਤੇ ਕਿੰਨਾ ਜ਼ੁਲਮ ਕਮਾਇਆ, ਕਿੰਨਾ ਪਾਪ ਕੀਤਾ, ਕਿੰਨੇ ਧਰਮ ਦੇ ਕੰਮ ਕੀਤੇ, ਕਿੰਨੇ ਸੱਚਾਈ ਨਾਲ ਚੱਲੇ ਤੇ ਕਿੰਨੇ ਝੂਠ ਦੇ ਨਾਲ ਚੱਲੇ। ਇਹ ਸਾਰੀਆਂ ਗੱਲਾਂ ਉਹਨਾਂ ਪੋਥੀਆਂ ਵਿੱਚ ਲਿਖੀਆਂ ਹੋਈਆਂ ਹਨ। ਇੱਕ ਹੋਰ ਪੋਥੀ ਹੈ ਜਿਹਦਾ ਨਾਮ ਹੈ ਜੀਵਨ ਦੀ ਪੋਥੀ। ਉਹ ਪੋਥੀ ਵਿੱਚ ਜਿਸ ਬੰਦੇ ਦਾ ਨਾਮ ਸ਼ਾਮਲ ਹੋਊਗਾ, ਉਹ ਬੰਦਾ ਨਰਕ ਦੀ ਅੱਗ ਵਿੱਚ ਨਹੀਂ ਸੁੱਟਿਆ ਜਾਵੇਗਾ, ਉਹ ਬਚਾਇਆ ਜਾਵੇਗਾ। ਉਹ ਬੰਦੇ ਦਾ ਹੀ ਨਾਮ ਉਸ ਪੋਥੀ ਵਿੱਚ ਹੋਵੇਗਾ ਜਿਹਨੇ ਕੋਈ ਪਾਪ ਨਹੀਂ ਕੀਤਾ ਹੋਊਗਾ, ਜਿਹਨੇ ਦੂਜਿਆਂ 'ਤੇ ਦਇਆ ਕੀਤੀ ਹੋਵੇਗੀ, ਜਿਹਨੇ ਵਿਧਵਾ ਦੀ ਸਾਰ ਲਈ ਹੋਵੇਗੀ, ਜਿਹਨੇ ਗਰੀਬਾਂ 'ਤੇ ਅਤਿਆਚਾਰ ਨਹੀਂ ਕੀਤਾ ਹੋਵੇਗਾ, ਜਿਹਨੇ ਕਿਸੇ ਨਾਲ ਧੋਖਾ ਨਹੀਂ ਕੀਤਾ ਹੋਵੇਗਾ, ਜਿਹਨੇ ਹਰਾਮਕਾਰੀ ਬੇਵਿਚਾਰ ਨਹੀਂ ਕੀਤਾ ਹੋਵੇਗਾ, ਜਿਹਨੇ ਪਾਪ ਭ੍ਰਿਸ਼ਟਾਚਾਰ ਨਹੀਂ ਕੀਤਾ ਹੋਵੇਗਾ, ਜਿਸ ਬੰਦੇ ਨੇ ਨਸ਼ੇਬਾਜ਼ੀਆਂ ਨਹੀਂ ਕੀਤੀਆਂ ਹੋਣਗੀਆਂ, ਉਹਦਾ ਨਾਮ ਜੀਵਨ ਦੀ ਪੋਥੀ ਵਿੱਚ ਹੋਵੇਗਾ। ਔਰ ਬਾਈਬਲ ਦੇ ਵਿੱਚ ਲਿਖਿਆ ਉਹ ਬੰਦਾ ਦੂਈ ਮੌਤ ਤੋਂ ਬਚਾਇਆ ਜਾਵੇਗਾ। ਜਿਹਦਾ ਨਾਮ ਜੀਵਨ ਦੀ ਪੋਥੀ 'ਚ ਨਹੀਂ ਲਿਖਿਆ ਹੋਵੇਗਾ, ਜਿਹਦੇ ਕੰਮ ਬੁਰੇ ਹੋਣਗੇ, ਜਿਹਦੀਆਂ ਕਰਨੀਆਂ ਬੁਰੀਆਂ ਹੋਣਗੀਆਂ, ਬਾਣੀ ਦੇ ਵਿੱਚ ਲਿਖਿਆ, ਪ੍ਰਕਾਸ਼ ਦੀ ਪੋਥੀ 'ਚ ਲਿਖਿਆ ਵੀ ਉਹ ਦੂਈ ਮੌਤ ਉਹਨਾਂ ਨੂੰ ਦਿੱਤੀ ਜਾਊਗੀ, ਅਰਥਾਤ ਵਲਦੀ ਹੋਈ ਝੀਲ ਵਿੱਚ ਸੁੱਟਿਆ ਜਾਵੇਗਾ, ਜਿਹੜੀ ਗੰਧਕ ਨਾਲ ਵਲਦੀ ਹੈ, ਜਿੱਥੇ ਰੋਣਾ ਤੇ ਕਚੀਚੀਆਂ ਦਾ ਵੱਟਣਾ ਆ। ਮੇਰੇ ਭਾਈ ਭੈਣੋ, ਅੱਜ ਅਸੀਂ ਇਸ ਛੋਟੇ ਜਿਹੇ ਐਪੀਸੋਡ ਦੇ ਰਾਹੀਂ ਇਹੀ ਸਿੱਖ ਰਹੇ ਹਾਂ ਕਿ ਮਰਨ ਤੋਂ ਬਾਅਦ ਇਨਸਾਨ ਕੋਈ ਜਾਨਵਰ, ਪਸ਼ੂ, ਕੋਈ ਪੰਛੀ ਨਹੀਂ ਬਣਦਾ, ਕੋਈ ਜੂਨ ਵਿੱਚ ਨਹੀਂ ਜਾਂਦਾ। ਮਰਨ ਤੋਂ ਬਾਅਦ ਇਨਸਾਨ ਜਿਹੜਾ ਆ ਉਹ ਪਰਮੇਸ਼ਵਰ ਦੇ ਅੱਗੇ ਨਿਆਂ ਦੇ ਲਈ ਖੜਾ ਹੋਵੇਗਾ। ਉਹ ਕੁਛ ਨਹੀਂ, ਕੋਈ ਭੂਤ ਨਹੀਂ ਬਣੇਗਾ, ਕੋਈ ਪ੍ਰੇਤ ਨਹੀਂ। ਕਈਆਂ ਦਾ ਇਹ ਵੀ ਵਹਿਮ ਆ ਕਿ ਬੰਦਾ ਮਰਨ ਤੋਂ ਬਾਅਦ ਕੋਈ ਭੂਤ ਬਣ ਜਾਂਦਾ, ਕੋਈ ਆਤਮਾ ਬਣ ਜਾਂਦੀ। ਉਹ ਬੰਦਾ ਮਰਿਆ ਉੱਥੇ ਰਹਿੰਦਾ ਹੈ, ਉਹਦਾ ਐਕਸੀਡੈਂਟ ਹੋਇਆ ਉਹ ਤਾਂ ਸੜਕ 'ਤੇ ਹੀ ਘੁੰਮਦਾ ਆ। ਇਹ ਝੂਠੀਆਂ ਗੱਲਾਂ ਨੇ। ਪਵਿੱਤਰ ਬਾਈਬਲ ਇਹਨਾਂ ਗੱਲਾਂ ਦਾ ਖੰਡਨ ਕਰਦੀ ਹੈ। ਕੋਈ ਬੰਦਾ ਭੂਤ ਨਹੀਂ ਬਣਦਾ, ਕੋਈ ਬੰਦਾ ਪ੍ਰੇਤ ਨਹੀਂ ਬਣਦਾ, ਕੋਈ ਇਨਸਾਨ ਮਰਨ ਤੋਂ ਬਾਅਦ ਦੁਸ਼ਟ ਆਤਮਾ ਨਹੀਂ ਬਣਦਾ। ਬਾਈਬਲ ਦੇ ਅਨੁਸਾਰ ਮੌਤ ਤੋਂ ਬਾਅਦ ਪਰਮੇਸ਼ਵਰ ਉਸ ਨੂੰ ਇੱਕ ਐਸੇ ਸਥਾਨ 'ਤੇ ਰੱਖਦਾ ਹੈ ਜਿੱਥੇ ਕੋਈ ਬੰਦਾ ਪਾਰ ਨਹੀਂ ਕਰ ਸਕਦਾ। ਇਸ ਲਈ ਬਾਈਬਲ ਦੇ ਅਨੁਸਾਰ ਸਾਨੂੰ ਇਹ ਸਮਝਣ ਦੀ ਲੋੜ ਹੈ। ਹਾਂ, ਕਿਤੇ ਐਕਸੀਡੈਂਟ ਹੁੰਦਾ, ਉੱਥੇ ਬਹੁਤ ਸਾਰੇ ਲੋਕ ਕਹਿੰਦੇ ਕਿ ਦੁਸ਼ਟ ਆਤਮਾ ਰਹਿੰਦੀ। ਮਨ ਅੰਦਰ ਵਹਿਮ ਪਾਲ ਲੈਂਦੇ, ਮਨ ਅੰਦਰ ਭਰਮ ਕਰ ਲੈਂਦੇ। ਬੰਦਾ ਜਿੱਦਾਂ ਦਾ ਭਰਮ ਕਰਦਾ ਉੱਦਾਂ ਦਾ ਉਹਦੇ ਲਈ ਹੋ ਜਾਂਦਾ ਆ। ਜੋ ਮਨ ਵਿੱਚ ਸੋਚਦਾ ਆ, ਜੇ ਨੈਗੇਟਿਵ ਸੋਚਦਾ ਉਹਦੇ ਨਾਲ ਨੈਗੇਟਿਵ ਹੋ ਜਾਂਦਾ, ਜੇ ਉਹ ਪੋਜ਼ਿਟਿਵ ਸੋਚਦਾ ਉਹਦੇ ਨਾਲ ਪੋਜ਼ਿਟਿਵ ਹੁੰਦਾ ਆ। ਇਸ ਗੱਲ ਨੂੰ ਸਾਇੰਸ ਵੀ ਮੰਨਦੀ ਹੈ ਵੀ ਜਿਹੜਾ ਬੰਦਾ ਜੋ ਸੋਚਦਾ ਉਹਦੇ ਨਾਲ ਉੱਦਾਂ ਹੀ ਹੋ ਜਾਂਦਾ ਆ। ਇਹ ਸੱਚਾਈ ਹੈ। ਬਾਈਬਲ ਵੀ ਇਸ ਗੱਲ ਨੂੰ ਕਹਿੰਦੀ ਹੈ, ਤੁਸੀਂ ਖਰਾ ਸੋਚੋਗੇ ਤੁਹਾਡੇ ਨਾਲ ਖਰਾ ਹੋਊਗਾ, ਤੁਸੀਂ ਬੁਰਾ ਸੋਚੋਗੇ ਤੁਹਾਡੇ ਨਾਲ ਬੁਰਾ ਹੋਵੇਗਾ। ਜਦੋਂ ਅਸੀਂ ਸੋਚ ਲਿਆ ਵੀ ਉੱਥੇ ਐਕਸੀਡੈਂਟ ਹੋਇਆ, ਉੱਥੇ ਉਹਦੀ ਆਤਮਾ ਘੁੰਮਦੀ ਹੈ, ਉੱਦਾਂ ਹੀ ਸਾਨੂੰ ਦਿਖਣਾ ਸ਼ੁਰੂ ਹੋ ਜਾਂਦਾ। ਉੱਦਾਂ ਹੀ ਸ਼ੈਤਾਨ ਦੀਆਂ ਜਿਹੜੀਆਂ ਦੁਸ਼ਟ ਆਤਮਾਵਾਂ ਨੇ ਉਹ ਉਸ ਚਿਹਰੇ ਦਾ ਫਾਇਦਾ ਲੈ ਕੇ ਸਾਡੀ ਜ਼ਿੰਦਗੀ 'ਚ ਕੰਮ ਕਰਦੀਆਂ। ਉਹ ਬੰਦਾ ਮਰਿਆ, ਉਹ ਦੁਸ਼ਟ ਆਤਮਾ ਨਹੀਂ ਬਣਿਆ, ਉਹਦਾ ਕੋਈ ਵਜੂਦ ਨਹੀਂ, ਉਹਦਾ ਖਤਮ ਹੋ ਗਿਆ ਸਭ ਕੁਛ। ਉਹਦਾ ਉਹ ਜਿਉਂਦੇ ਜੀ ਨਹੀਂ ਕਿਸੇ ਦਾ ਕੁਛ ਵਿਗਾੜ ਸਕਿਆ, ਤੇ ਉਹਨੇ ਮਰਨ ਤੋਂ ਬਾਅਦ ਕਿਸੇ ਦਾ ਕੀ ਵਿਗਾੜਨਾ। ਅੱਜ ਬਹੁਤ ਸਾਰੇ ਲੋਕ ਇੱਦਾਂ ਦੇ ਵਹਿਮਾਂ ਭਰਮਾਂ ਵਿੱਚ ਆਪਣਾ ਜੀਵਨ ਕੱਟਦੇ ਆ।
पर बाइबल कहती है भी मरण तो बाद कोई दुष्ट आत्मा नहीं बनता, कोई भूत नहीं बनता, कोई प्रेत नहीं बनता, कुछ भी इदां दा नहीं बनता बंदा, बल्कि ਜਿਹੜੇ ਵਿਰੋਧੀ शैतान है वो बंदे के रूप का फायदा लैंदा, ਉਹਦੇ नाम का फायदा लैंदा, ਉਹਦੀ उस मौत का फायदा लैंदा जिस तरीके नाल मरिया, उस रूप ਨੂੰ धारण करके लोगों ਨੂੰ तंग परेशान करदा भी नाम किहदा बदनाम होवे, उस बंदे का बदनाम होवे। काम शैतान का आ पर बंदे ਨੂੰ बदनाम कर रहा जिहड़ा मरिया गया है। इसलिए बड़े लोगों के विच जदों दुष्ट आत्मा बोलदियां वो कई बार कह देंगे मैं तो हाँ जी वो मरिया सी, मैं वो वो बोलता, पर वो दुष्ट आत्मा आ। शैतान झूठियां दा पतंदर है। बाइबल कहती शैतान झूठा तो झूठियां दा पतंदर है, वो कुछ भी झूठ बोल सकता, किसी का भी नाम लै सकता, इत्थों तक किसी गए हुए प्रभु के दास का भी नाम लै सकता वो, तो लोगों के मन में भरम पैदा करनों भी पादरी साहब भूत बन गए है। पर इदां नहीं हैगा, बंदा कोई भूत नहीं बनता, कोई प्रेत नहीं बनता। बाइबल दसदी है भूत प्रेत ਜਿਹੜੇ दुष्ट आत्मावां ਜਿਹੜੀਆਂ स्वर्ग चों सुटियां गईयां सी, अबलीस दे नाल सुटे गए है, यही बंदे का नाम लैके, बंदे का चेहरा लैके यही लोगों को दिखाई दे के उन्होंने भरमाते हैं और लोगों को बदनाम करते, आपस में लड़ाइयाँ पाते हैं। तो इस करके ये सच्चाई है, ना कोई बंदा जानवर पशु बनता, किसी जूने पैंदा, ना कोई बंदा मरण तो बाद भूत प्रेत बनता, तो ना बंदा दूजा जन्म लैंदा मरण तो बाद। ये बाइबल की सच्चाई है। बंदे मरण तो बाद बाइबल कहती एक बारी मरना तो ये पिछों न्याय है, इस तो बिना कुछ भी नहीं हैगा। प्रभु इन्हां वचनां नाल आशीष करे। सब नूं सलाम और जय मसीह। आमीन। पास्टर अमरजीत जी द्वारा सुनो मसीही प्रचार ਅਤੇ ਪ੍ਰਭੂ ਯਿਸੂ ਮਸੀਹ ਜੀ ਦੀ ਕਿਰਪਾ ਅਤੇ ਸ਼ਾਂਤੀ ਪ੍ਰਾਪਤ ਕਰੋ ਜੀ। ਵਧੇਰੇ ਜਾਣਕਾਰੀ ਲਈ ਸਾਡੇ ਇਹਨਾਂ ਨੰਬਰਾਂ ਤੇ ਸੰਪਰਕ ਕਰੋ ਜੀ 6284000962 ਅਤੇ ਸਾਡੇ YouTube ਚੈਨਲ ਦਾਸ ਅਮਰਜੀਤ ਸਿੰਘ ਨੂੰ ਸਬਸਕ੍ਰਾਈਬ ਕਰੋ ਜੀ। ਅਤੇ ਪਿੰਡ ਜੋਗੇਵਾਲਾ ਵਿਖੇ ਹਰ ਸ਼ਨੀਵਾਰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਬੰਦਗੀ ਵਿੱਚ ਪਹੁੰਚ ਕੇ ਪ੍ਰਭੂ ਦੀਆਂ ਬਰਕਤਾਂ ਨੂੰ ਪ੍ਰਾਪਤ ਕਰੋ ਜੀ।